Hello everyone, this is Sakshi Agarwal from Malerkotla. I welcome you all on मेहनती बच्चे. I hope you all are doing well. ਤੁਸੀਂ ਜੋ ਵੀ ਆਪਣੀ ਲਾਈਫ 'ਚ ਕਰ ਰਹੇ ਹੋ ਬਹੁਤ ਵਧੀਆ ਢੰਗ ਨਾਲ ਕਰ ਰਹੇ ਹੋਗੇ. ਸੋ ਅੱਜ ਇਸ ਵੀਡੀਓ ਦੇ ਵਿੱਚ ਤੁਹਾਡੇ ਲਈ ਸਰਪ੍ਰਾਈਜ਼ ਟੈਸਟ ਹੈ ਕਰੰਟ ਅਫੇਅਰਸ ਤੇ ਪੋਲਿਟੀ ਦੇ ਉੱਪਰ. ਜਿਹੜੀ ਫਸਟ ਵੀਡੀਓ ਅਪਲੋਡ ਕੀਤੀ ਸੀ ਕੁਇਜ਼ ਆਫ ਦ ਡੇ ਵਾਲੀ, ਉਹਦੇ ਵਿੱਚ ਆਪਾਂ ਏਂਸ਼ੀਐਂਟ ਹਿਸਟਰੀ ਤੇ ਕਰੰਟ ਅਫੇਅਰ ਦੇ ਜਿਹੜੇ ਟੈਸਟ ਸੀ ਉਹ ਕੰਡਕਟ ਕੀਤਾ ਸੀ ਅਤੇ ਬਹੁਤ ਅੱਛਾ ਰਿਸਪੌਂਸ ਆਇਆ ਸਟੂਡੈਂਟਸ ਦਾ. ਥੈਂਕ ਯੂ ਸੋ ਮਚ ਫॉर दैट. ਅਤੇ ਬਹੁਤ ਸਾਰੇ ਸਟੂਡੈਂਟਸ ਨੇ ਉਹਦੇ ਵਿੱਚ ਕਿਹਾ ਕਿ ਪਟਵਾਰੀ ਐਗਜ਼ਾਮ ਦੀ ਤਿਆਰੀ ਕਰਵਾਓ. ਸੋ ਪਟਵਾਰੀ ਦੀ ਤਿਆਰੀ ਆਪਾਂ ਜਲਦੀ ਹੀ ਸਟਾਰਟ ਕਰਾਂਗੇ. ਓਕੇ, ਸੋ ਜਿਹੜੇ ਸਟੂਡੈਂਟਸ ਫਸਟ ਟਾਈਮ ਇਹ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਇਸ ਸੀਰੀਜ਼ ਨਾਲ ਤੁਹਾਡੇ PPSC ਪਟਵਾਰੀ ਜਾਂ ਕੋਈ ਵੀ ਪੰਜਾਬ ਐਗਜ਼ਾਮ ਜੋ ਡਿਫਰੈਂਟ ਡਿਪਾਰਟਮੈਂਟਸ ਲੈਂਦੇ ਆ ਸਭ ਦੀ ਤਿਆਰੀ ਹੋ ਜਾਣੀ ਹੈ, ਬਿਕੋਜ਼ ਆਪਾਂ ਬਹੁਤ ਵਧੀਆ ਕੁਐਸਚਨਸ ਇਹਦੇ ਵਿੱਚ ਡਿਸਕਸ ਕਰ ਰਹੇ ਹਾਂ. ਓਕੇ, ਸੋ ਜਿਹੜੇ ਵੀ ਸਟੂਡੈਂਟਸ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਬੈਲ ਆਈਕਨ ਨੂੰ ਕਲਿੱਕ ਕਰੋ ਤਾਂ ਕਿ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਨੂੰ ਮਿਲਦੀਆਂ ਰਹਿਣ. ਸੋ ਸਭ ਤੋਂ ਪਹਿਲਾਂ ਕੁਐਸਚਨਸ ਦੇਖੋ ਕਿਹੜੇ ਨੇ, ਉਹ ਤੋਂ ਬਾਅਦ ਆਪਣੇ ਆਨਸਰਸ ਦੱਸਿਓ. ਓਕੇ, ਸਭ ਤੋਂ ਪਹਿਲਾ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ ਅਬਾਊਟ ਰਾਜ ਸਭਾ. ਇੱਥੇ ਤੁਹਾਨੂੰ 4 ਸਟੇਟਮੈਂਟਸ ਗਿਵਨ ਹੈ, ਤੁਸੀਂ ਦੱਸਣਾ ਰਾਜ ਸਭਾ ਦੇ ਬਾਰੇ ਕਿਹੜੀ ਸਟੇਟਮੈਂਟ ਕਰੈਕਟ ਨਹੀਂ ਹੈ. ਓਕੇ, ਪਹਿਲਾ ਰਾਜ ਸਭਾ ਇਜ਼ ਅ ਪਰਮਾਨੈਂਟ ਬੋਡੀ. ਸੈਕਿੰਡ ਇਜ਼ 12 of the ਰਾਜ ਸਭਾ members are nominated by the president. Third is 1/3 of its member retire every year. And the fourth is President of India is the ex officio chairman of Rajya Sabha. Okay, so this is first question. Second है a bill cannot become an act of parliament unless and until it is passed by Lok Sabha, it is passed by Rajya Sabha, it gets assent from the president, it is passed by both Lok Sabha and Rajya Sabha. bill act ਜਿਹੜਾ ਬਿੱਲ ਹੈ ਪਾਰਲੀਮੈਂਟ ਦੇ ਵਿੱਚੋਂ ਪਾਸ ਹੁੰਦਾ ਉਹ ਐਕਟ ਕਦ ਤੱਕ ਨਹੀਂ ਬਣ ਸਕਦਾ. ਓਕੇ, ਉਹ ਦੱਸਣਾ ਤੁਸੀਂ. ਸੋ ਥਰਡ ਕੁਐਸਚਨ ਹੈ ਵਿਚ ਆਫ ਦ ਫੋਲੋਇੰਗ ਆਰਟੀਕਲਸ ਆਫ ਇੰਡੀਅਨ ਕਨਸਟੀਟਿਊਸ਼ਨ ਸੇਜ਼ ਦੈਟ there will be an election commission in India. ਇੱਥੇ there ਆਉਣਾ ਚਾਹੀਦਾ ਸੀ, ਥੋੜ੍ਹਾ ਜਿਹਾ ਮਿਸਟੇਕ ਹੋ ਗਿਆ. ਸੋ ਇਲੈਕਸ਼ਨ ਕਮਿਸ਼ਨ ਹੋਣਾ ਚਾਹੀਦਾ ਇੰਡੀਆ ਦੇ ਵਿੱਚ. ਕਿਹੜਾ ਆਰਟੀਕਲ ਬੋਲਦਾ ਕਨਸਟੀਟਿਊਸ਼ਨ ਦਾ? ਓਕੇ, ਇਹ ਹੈਗਾ ਥਰਡ ਕੁਐਸਚਨ. ਉਹ ਤੋਂ ਬਾਅਦ ਨੈਕਸਟ ਫੋਰਥ ਹੈ ਦ ਕਨਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡੋਪਟਡ ਬਾय ਕਨਸਟੀਟਿਊਂਟ ਅਸੈਂਬਲੀ ਔਨ. ਕਨਸਟੀਟਿਊਸ਼ਨ ਨੂੰ ਅਡੋਪਟ ਕਦੋਂ ਕੀਤਾ ਸੀ? ਕਨਸਟੀਟਿਊਂਟ ਅਸੈਂਬਲੀ ਨੇ. ਦੈਨ ਦ ਫਿਫਥ ਕੁਐਸਚਨ ਇਜ਼ which schedule of Indian constitution is related to the allocation of seats in Rajya Sabha. Rajya Sabha ਦੇ ਵਿੱਚ seats ਨੂੰ ਕਿਵੇਂ allocate ਕਰਨਾ different state union territories ਦੀਆਂ ਕਿਹੜਾ schedule ਉਹਦੇ ਨਾਲ related ਹੈ. So this is fifth question. Okay, then sixth ਹੈ in the video conference held between the leaders of SAARC member countries which country proposed COVID-19 emergency fund. ਇਹਨਾਂ ਵਿੱਚੋਂ ਕਿਹੜੀ ਐਸੀ ਕੰਟਰੀ ਹੈ ਜਿਹਨੇ COVID-19 ਐਮਰਜੈਂਸੀ ਫੰਡ ਦੇ ਬਾਰੇ ਗੱਲ ਕੀਤੀ, ਪ੍ਰਪੋਜ਼ ਕੀਤਾ ਕਿ ਆਪਾਂ ਇਹ ਬਣਾਉਂਦੇ ਹਾਂ. ਓਕੇ, ਜਦੋਂ ਸਾਰਕ ਮੈਂਬਰਸ ਦੀ ਮੀਟਿੰਗ ਹੋਈ ਸੀ ਰਿਗਾਰਡਿੰਗ ਕੋਵਿਡ. ਸੋ ਉਹ ਤੋਂ ਬਾਅਦ ਨੈਕਸਟ ਹੈ 7th ਕੁਐਸਚਨ ਦ ਗਵਰਨਮੈਂਟ ਹੈਜ਼ ਡਿਕਲੇਅਰਡ face mask and hand sanitizers as essential commodities by placing them under which act. ਗਵਰਨਮੈਂਟ ਨੇ ਰੀਸੈਂਟਲੀ ਕਿਹਾ ਕਿ ਜਿਹੜੇ ਫੇਸ ਮਾਸਕ ਹੈ ਅਤੇ ਸੈਨੀਟਾਈਜ਼ਰਸ ਆ ਉਹਨਾਂ ਨੂੰ ਅਸੈਂਸ਼ੀਅਲ ਕੋਮੋਡਿਟੀ ਬਣਾਇਆ. ਕਿਹੜੇ ਐਕਟ ਦੇ ਅੰਦਰ? ਓਕੇ, ਦੈਨ 8th ਕੁਐਸਚਨ ਹੈ ਰੀਸੈਂਟਲੀ ਵਿਚ ਫਾਰਮਰ ਚੀਫ ਜਸਟਿਸ ਆਫ ਇੰਡੀਆ ਹੈਜ਼ ਬੀਨ ਨੋਮੀਨੇਟਡ ਟੂ ਰਾਜ ਸਭਾ. ਇਹਨਾਂ ਵਿੱਚੋਂ ਕੌਣ ਐਸੇ ਜਿਹੜੇ ਰੀਸੈਂਟ ਮੈਂਬਰ ਆਫ ਰਾਜ ਸਭਾ ਦੇ ਤੌਰ 'ਤੇ ਨੋਮੀਨੇਟ ਕੀਤੇ ਗਏ ਆ ਅਤੇ ਉਹ ਆਪਣੇ ਫਾਰਮਰ ਚੀਫ ਜਸਟਿਸ ਵੀ ਰਹਿ ਚੁੱਕੇ ਆ. ਓਕੇ, ਦੈਨ 9th ਕੁਐਸਚਨ ਹੈ ਵਿਚ ਯੂਰਪੀਅਨ country recently imposed a record 1.1 billion euro fine on tech firm Apple for its anti-competitive behavior. ऐसी केड़ी यूरोपियन कंट्री है जिन्हें 1.1 बिलियन यूरो का फाइन लगाया है एप्पल के ऊपर? ओके, फोन आते हैं ना एप्पल के, फॉर इट्स एंटी कॉम्पिटिटिव बिहेवियर. ओके, दैन 10th क्वेश्चन है कोवा पंजाब मोबाइल ऐप लॉन्च बाय पंजाब गवर्नमेंट इज़ एम्ड टू स्प्रेड अवेयरनेस ऑन विच डिजीज़. कोवा पंजाब गवर्नमेंट ने रीसेंटली एक ऐप लॉन्च की सी किहड़ी डिजीज़ के बारे अवेयरनेस फैलाने के लिए की सी. ओके, सो ये 10 क्वेश्चनस है. सो चैनल के उपर तुहानूं डिफरेंट प्लेलिस्ट के विच काफ़ी सारा मटीरियल मिल जूगा, ਉਹ ਮੈਂ ਇੱਕ ਵਾਰ ਤੁਹਾਨੂੰ ਦੱਸ ਦੇਣੀ ਹੈ. ਸੋ ਪੰਜਾਬ ਸਟੈਟਿਕ GK, ਦੈਨ ਪੰਜਾਬ ਹਿਸਟਰੀ, ਯੂਨਾਈਟਿਡ ਨੇਸ਼ਨਸ, ਦੈਨ PPSC ਦੇ ਲਈ ਇਨਵਾਇਰਮੈਂਟ ਦੇ ਕੁਐਸਚਨਸ, ਉਸ ਤੋਂ ਇਲਾਵਾ ਮਾਡਰਨ ਹਿਸਟਰੀ, ਰੀਜ਼ਨਿੰਗ, ਪੋਲਿਟੀ, ਓਕੇ, ਸਾਇੰਸ ਐਂਡ ਟੈਕ, ਦੈਨ ਕਰੰਟ ਅਫੇਅਰਸ. ਸੋ ਤੁਸੀਂ ਇਹ ਸਭ ਦੇਖ ਸਕਦੇ ਹੋ. ਸੋ ਸਟਾਰਟ ਕਰਦੇ ਹੋ ਇੱਕ ਕਰਕੇ ਡਿਸਕਸ਼ਨ ਕੁਐਸਚਨਸ ਦੀ. 1 ਨੰਬਰ ਆਵੇ ਚਾਹੇ 0 ਨੰਬਰ ਆਵੇ, ਘਬਰਾਉਣਾ ਨਹੀਂ, ਹੌਲੀ ਇੰਪਰੂਵਮੈਂਟ ਹੋਊਗੀ. ਓਕੇ,
सो सब तो पहला क्वेश्चन है विच ऑफ द फॉलोइंग स्टेटमेंट इज़ नॉट करैक्ट अबाउट राज्य सभा। राज्य सभा के लिए किहड़ा इन्हां विचों स्टेटमेंट करैक्ट नहीं है। पहली स्टेटमेंट की है राज्य सभा इज़ अ परमानेंट बॉडी। की राज्य सभा परमानेंट बॉडी है? यस। टैंपरेरी की होंदी है जिहड़ी थोड़ी देर लई होवे, परमानेंट जिहड़ी हमेशा लई होवे। ओके, सो फर्स्ट स्टेटमेंट करैक्ट है। सैकेंड क्या है 12 ऑफ राज्य सभा मैंबर्स आर नॉमीनेटेड बाय प्रेजिडेंट। राज्य सभा के 12 मैंबर्स नू प्रेजिडेंट के द्वारा नॉमीनेट किया जाता है। टोटल मैंबर्स किन्ने होंदे राज्य सभा के 250 दे विचों 12 मैंबर्स नू नॉमीनेट किया जाता है। ये गल बिल्कुल ठीक है। ओके, तो इस होर एक गल प्रेजिडेंट के द्वारा किया जाता है, ये भी पॉइंट बिल्कुल ठीक है। बेसिकली वो मैंबर्स होंगे जिन्हों की स्पैशलाइजेशन होंगी है अलग अलग फील्ड के विच। ओके, सो फील्ड्स के नाम तुसीं कमेंट सैक्शन च दोगे बिकॉज पेपर च डायरैक्ट क्वेश्चन आ जाता भी किहड़ी फील्ड के विच उन्हां दी स्पैशलाइजेशन होनी चाहिए है। उस तो बाद सो ये वाला पॉइंट ठीक है। थर्ड है 1/3 ऑफ इट्स मैंबर रिटायर एवरी ईयर। राज्य सभा के विच जिहड़े 1/3 मैंबर्स हैं वो हर साल रिटायर होंदे हैं। ये वाली स्टेटमेंट गलत है। एवरी ईयर नहीं होंदी, एवरी सैकेंड ईयर होंदे हैं। ओके, सो ये गलत है। उस तो बाद है प्रेजिडेंट ऑफ इंडिया इज़ द एक्स ऑफिशियल चेयरमैन ऑफ राज्य सभा। देखो ये ध्यान नाल पढ़ो, उन्हें की दिता है प्रेजिडेंट ऑफ इंडिया। एक्स ऑफिशियल चेयरमैन राज्य सभा का कौन होंदा है? वाइस प्रेजिडेंट ऑफ इंडिया, ना कि प्रेजिडेंट ऑफ इंडिया। सो ये वाली स्टेटमेंट भी गलत है। ओके, उन्हें की पूछा भी केड़ी करैक्ट नहीं है। सो आंसर क्या होगा? बी, दैट इज़ 3 और 4 जेडे स्टेटमेंट्स है वो गलत है। और तो बाद नैक्सट है अ बिल कैन नॉट बिकम एन एक्ट ऑफ पार्लियामेंट अनलैस एंड अनटिल। कोई भी बिल एक्ट उद तक नहीं बन सकता जब तक कि इट इज़ पास्ड बाय लोक सभा, इट इज़ पास्ड बाय राज्य सभा, इट गेट्स एसेंट फ्रॉम द प्रेजिडेंट, इट इज़ पास्ड बाय बोथ लोक सभा एंड राज्य सभा। देखो तुसी ये चीज़ हमेशा याद रखियो, बिल है ना, बिल नू एक्ट बनन दी जर्नी दे विच एक बहुत ही इंपॉर्टेंट चीज़ चाहिए होंदी है। वो की होंदी है? प्रेजिडेंट दी एसेट, कि प्रेजिडेंट दी मंजूरी होनी चाहिए है तां ही कोई बिल जिहड़ा है वो एक्ट बन सकता है। सो इसदा आंसर क्या होगा? सी। ओके, दैन नैक्सट है विच आर्टिकल ऑफ इंडियन कॉन्स्टिट्यूशन सेज दैट देयर विल बी एन इलैक्शन कमीशन इन इंडिया। इन्हां विच ऐसा केड़ा आर्टिकल है जिहड़ा कहंदा है कि इलैक्शन कमीशन होगा इंडिया दे विच। ओके, सो इसदा आंसर आऊगा सी, दैट इज़ आर्टिकल नंबर 324। ये बारे एक बार आप देख भी लैंने हैं। जिहड़ा आर्टिकल नंबर 324 है कॉन्स्टिट्यूशन का, की कहंदा है आर्टिकल 324 ऑफ द कॉन्स्टिट्यूशन प्रोवाइड्स दैट द पावर ऑफ सुपरिटेंडेंस डायरैक्शन एंड कंट्रोल ऑफ इलैक्शनस किन्ना दे पार्लीमेंट दे विच लोक सभा राज्य सभा आजू। ओके, स्टेट लैगिसलेचर दे विच स्टेट लैगिसलेटिव असैंबली आजू तो स्टेट लैगिसलेटिव काउंसिल आजू। दैन ऑफिस ऑफ प्रेजिडेंट एंड ऑफिस ऑफ वाइस प्रेजिडेंट शैल बी वेस्टिड इन इलैक्शन कमीशन। सो आर्टिकल किहदे विच गल कीती गई है? 324 दे विच। ते पेपर दे विच डायरैक्ट क्वेश्चन आंदा है कि इलैक्शन कमीशन जिहड़ा है वो किहदे इलैक्शनस नू कंडक्ट करदा है। द कॉन्स्टिट्यूशन ऑफ इंडिया वॉज अडॉप्टेड बाय कॉन्स्टेंट असैंबली ऑन। इंडिया का जिहड़ा कॉन्स्टिट्यूशन है उन्होंने कॉन्स्टेंट असैंबली ने कदों अडॉप्ट किया? इसदा आंसर क्या होगा? डी, दैट इज़ 26 नवंबर 1949। बहुत ही कॉमन क्वेश्चन है। 2 क्वेश्चन आते हैं बेसिकली ये उपर। एक तो होंदा है कि कॉन्स्टिट्यूशन ऑफ इंडिया नू अडॉप्ट कदों किया कॉन्स्टेंट असैंबली ने, एक जिहड़ा कॉन्स्टिट्यूशन ऑफ इंडिया है वो फोर्स च कदों आया फुली। ओके, अडॉप्ट कदों किया सी? 26 नवंबर 1949। तो कम इन टू फोर्स इसदा आंसर क्या होगा? 26 जनवरी 1950। बहुत इंपॉर्टेंट क्वेश्चन है, ध्यान रखियो। नेक्स्ट है विच शेड्यूल ऑफ द कॉन्स्टिट्यूशन इज रिलेटेड टू एलोकेशन ऑफ सीट्स इन राज्य सभा टू स्टेट्स एंड यूनियन टैरेटरीज। इन्हां विचों ऐसा किहड़ा शेड्यूल है जिहड़ा रिलेटेड है एलोकेशन ऑफ सीट्स नाल इन राज्य सभा टू स्टेट्स एंड द यूनियन टैरेटरीज। कि राज्य सभा दे विच किसी पर्टिकुलर स्टेट दी कितनियां सीट्स होणगियां, यूनियन टैरेटरी दी कितनी सीट होगी, ये किहड़े शेड्यूल दे विच दस्सिया गया? इसदा आंसर आऊगा ए। ओके, जिहड़े बाकी दे शेड्यूल्स हैं ट्रिक दी हैल्प नाल जिहड़ी पॉलिटी दी सीरीज़ है चैनल उपर, ठीक है, उहदे विच सारा कुछ डिस्कस किया गया है। सो उस सीरीज़ नूं ध्यान नाल देखो, तुहानूं बहुत कुछ सीखण नूं मिलूगा। जिहड़े भी स्टूडेंट्स ने वो सीरीज़ नहीं देखी वो देखन, ठीक है, उहदा लिंक तुहानूं डिस्क्रिप्शन बॉक्स भी मिल जूगा।
ਨਾਲ ਤੁਸੀਂ ਪਲੇਲਿਸਟ ਸੈਕਸ਼ਨ 'ਚ ਜਾ ਕੇ ਵੀ ਚੈੱਕ ਕਰ ਸਕਦੇ ਹੋ। ਚਾਹੇ ਤੁਸੀਂ PPSC ਦਾ ਐਗਜ਼ਾਮ ਨਾ ਦੇਣਾ ਹੋਵੇ, ਤੁਸੀਂ ਪਟਵਾਰੀ ਦਾ ਐਗਜ਼ਾਮ ਦੇਣਾ, ਬਟ ਉਹਦੇ ਵਿੱਚ ਤੁਸੀਂ ਉਹ ਸੀਰੀਜ਼ ਦੇਖਣ ਦੇ ਨਾਲ ਨਾ ਤੁਹਾਡੀ ਆਲਮੋਸਟ 80% ਪੋਲਿਟੀ ਕਵਰ ਹੋ ਜੂਗੀ। ਓਕੇ, ਸੋ ਦੇਖਿਓ ਉਹਨੂੰ। ਉਹ ਤੋਂ ਬਾਅਦ ਨੈਕਸਟ ਕੁਐਸਚਨ ਹੈ, in the video conference held between the leaders of SAARC member countries, which country proposed COVID-19 emergency fund? ਇਹਨਾਂ ਵਿੱਚੋਂ ਐਸੀ ਕਿਹੜੀ ਕੰਟਰੀ ਹੈ ਜਿਹਨੇ ਕਿ COVID-19 ਐਮਰਜੈਂਸੀ ਫੰਡ ਕਿ ਆਪਾਂ ਬਣਾਉਂਦੇ ਹੈ ਉਹਦੇ ਬਾਰੇ ਸੁਜੈਸ਼ਨ ਦਿੱਤਾ ਜਦੋਂ SAARC ਮੈਂਬਰ ਕੰਟਰੀਜ਼ ਦੀ ਰੀਸੈਂਟ ਮੀਟਿੰਗ ਹੋਈ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ। ਸੋ ਕਿਹੜੀ ਕੰਟਰੀ? ਆਪਣਾ ਪਿਆਰਾ ਭਾਰਤ, ਦੈਟ ਇਜ਼ ਇੰਡੀਆ। ਓਕੇ, ਇੰਡੀਆ ਨੇ ਕੀ ਕਿਹਾ ਕਿ ਆਪਾਂ ਇੱਕ ਐਸਾ ਫੰਡ ਬਣਾਉਂਦੇ ਹੈ ਜਿਹਦੇ ਵਿੱਚ ਇੰਡੀਆ ਨੇ ਸ਼ੁਰੂਆਤ ਕੀਤੀ ਕਿ ਅਸੀਂ $10 ਮਿਲੀਅਨ ਦੇਵਾਂਗੇ, ਬਾਕੀ ਕੰਟਰੀਜ਼ ਆਪਣੇ ਹਿਸਾਬ ਨਾਲ ਉਹਦੇ ਵਿੱਚ ਕਰ ਸਕਦੀਆਂ ਕੰਟਰੀਬਿਊਟ ਜਿੰਨਾ ਵੀ ਉਹ ਕਰਨਾ ਚਾਹੁੰਦੇ ਆ, ਤਾਂ ਕਿ ਉਹ ਸਾਰੀ ਕੰਟਰੀਜ਼ ਦੇ ਕੰਮ ਆਵੇ ਜਿੰਨੀਆਂ ਵੀ SAARC ਮੈਂਬਰ ਕੰਟਰੀਜ਼ ਹੈ। ਓਕੇ, ਸੋ ਹੁਣ ਆਪਾਂ SAARC ਦੇ ਬਾਰੇ ਪੜ੍ਹ ਲੈਂਦੇ ਹਾਂ ਬਿਕੋਜ਼ ਪੇਪਰ 'ਚ ਪੁੱਛ ਸਕਦੇ ਹਾਂ ਤੁਹਾਨੂੰ। ਦੇਖੋ, ਜਿਹੜੀ SAARC ਉਹਦੀ ਫੁੱਲ ਫਾਰਮ ਕੀ ਹੈ? ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਸਾਊਥ ਏਸ਼ੀਅਨ ਐਸੋਸੀਏਸ਼ਨ ਫॉर ਰੀਜਨਲ ਕੋਆਪਰੇਸ਼ਨ। ਓਕੇ, basically SAARC is the regional intergovernment organization and geopolitical union of states in South Asia। okay, ਅਗਰ ਤੁਹਾਨੂੰ ਪੁੱਛਿਆ ਜਾਵੇ ਕਿ ਜਿਹੜੀ SAARC ਹੈ ਉਹ ਬਣੀ ਕਿੱਥੇ ਸੀ? ਢਾਕਾ ਦੇ ਵਿੱਚ 8 ਦਸੰਬਰ 1985 ਦੇ ਵਿੱਚ। ਓਕੇ, ਇਹਦੇ ਵਿੱਚ ਜਦੋਂ ਇਹ ਬਣੀ ਸੀ ਉਦੋਂ ਅਫਗਾਨਿਸਤਾਨ ਇਹਦਾ ਪਾਰਟ ਨਹੀਂ ਸੀ। ਅਫਗਾਨਿਸਤਾਨ ਇਹਨੂੰ 2005 'ਚ ਆਈ ਥਿੰਕ ਜੁਆਇਨ ਕੀਤਾ। ਸੋ ਇਹ ਚੀਜ਼ ਯਾਦ ਰੱਖਿਓ, ਉਦੋਂ 7 ਮੈਂਬਰ ਸੀ। ਅਗਰ ਇਹਦੇ ਹੈੱਡਕੁਆਟਰਸ ਦੀ ਗੱਲ ਕੀਤੀ ਜਾਵੇ ਕਿੱਥੇ ਹੈ? ਨੇਪਾਲ ਦੇ ਕਾਠਮੰਡੂ ਦੇ ਵਿੱਚ। ਓਕੇ, ਅਤੇ ਕਿਹੜੀ ਕੰਟਰੀਜ਼ ਹੈ ਜਿਹੜੀਆਂ ਕਿ SAARC ਦੀਆਂ ਮੈਂਬਰ ਕੰਟਰੀਜ਼ ਹੈ? ਸੋ ਤੁਸੀਂ ਇੱਥੇ ਦੇਖ ਸਕਦੇ ਹੋ, ਆਪਣਾ ਪਿਆਰਾ ਭਾਰਤ, ਇੰਡੀਆ, ਦੈਨ ਨੇਪਾਲ, ਭੂਟਾਨ, ਬਾਂਗਲਾਦੇਸ਼, ਸ਼੍ਰੀਲੰਕਾ, ਮਾਲਦੀਵਸ, ਪਾਕਿਸਤਾਨ ਐਂਡ ਅਫਗਾਨਿਸਤਾਨ। ਓਕੇ, ਸੋ ਇਹਨੂੰ ਯਾਦ ਰੱਖਿਓ। ਉਹ ਤੋਂ ਬਾਅਦ ਨੈਕਸਟ ਹੈ, the government has declared face masks and hand sanitizers as essential commodities by placing them under which act? ਗਵਰਨਮੈਂਟ ਨੇ ਹੈਂਡ ਸੈਨੀਟਾਈਜ਼ਰਸ ਅਤੇ ਫੇਸ ਮਾਸਕ ਨੂੰ ਅਸੈਂਸ਼ੀਅਲ ਕੋਮੋਡਿਟੀਜ਼ ਬਣਾਇਆ ਕਿਹੜੇ ਐਕਟ ਦੀ ਹੈਲਪ ਨਾਲ? ਪਹਿਲਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ 2018, ਅਸੈਂਸ਼ੀਅਲ ਕੋਮੋਡਿਟੀਜ਼ ਐਕਟ 1955, third is Bureau of Indian Standards Act 2016, then Consumer Protection Act 2019। ਇਹਦਾ ਆਨਸਰ ਆਊਗਾ B। ਨਾਮ ਤੋਂ ਹੀ ਪਤਾ ਲੱਗ ਰਿਹਾ, ਜਿਹਨੂੰ ਨਹੀਂ ਵੀ ਪਤਾ ਉਹ ਵੀ ਲਗਾਇਆ ਹੋਊਗਾ ਨਾ ਇਹ ਆਪਸ਼ਨ ਤਾਂ ਸਹੀ। ਸੋ ਇਹਦਾ ਆਨਸਰ ਕੀ ਆਊਗਾ? B, ਦੈਟ ਇਜ਼ ਅਸੈਂਸ਼ੀਅਲ ਕੋਮੋਡਿਟੀਜ਼ ਐਕਟ 1955। ਓਕੇ, ਸੋ ਹੁਣ ਆਪਾਂ ਅਸੈਂਸ਼ੀਅਲ ਕੋਮੋਡਿਟੀਜ਼ ਐਕਟ ਦੀ ਇੱਕ ਵਾਰ ਗੱਲ ਕਰ ਲੈਂਦੇ ਹਾਂ। ਠੀਕ ਹੈ, ਅਸੈਂਸ਼ੀਅਲ ਕੋਮੋਡਿਟੀਜ਼ ਐਕਟ ਨੂੰ 1955 ਦੇ ਵਿੱਚ ਬਣਾਇਆ ਗਿਆ। ਇਹਦਾ ਰੀਜ਼ਨ ਵੀ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਜਦੋਂ 1947 'ਚ ਦੇਸ਼ ਆਜ਼ਾਦ ਹੋਇਆ ਨਾ, ਉਸ ਟਾਈਮ 'ਤੇ ਉਸ ਤੋਂ ਬਾਅਦ ਬੇਸਿਕਲੀ ਕੀ ਹੋਇਆ, ਕਾਫੀ ਜ਼ਿਆਦਾ ਜਿਹੜੇ ਟਰੇਡਰਸ ਸੀ ਉਹਨਾਂ ਨੇ ਚੀਜ਼ਾਂ ਨੂੰ ਇਕੱਠਾ ਕਰਨਾ ਸਟਾਰਟ ਕਰਤਾ। ਜਿਹੜੀ ਡੇਲੀ ਯੂਜ਼ 'ਚ ਆਪਾਂ ਚੀਜ਼ਾਂ ਯੂਜ਼ ਕਰਦੇ ਸੀ, ਕਿਉਂ ਕੀਤਾ? ਤਾਂ ਕਿ ਸਪਲਾਈ ਜਿਹੜੀ ਹੈ ਚੀਜ਼ਾਂ ਦੀ ਉਹ ਘੱਟ ਜੇ, ਬਟ ਡਿਮਾਂਡ ਹੱਲੇ ਵੀ ਜ਼ਿਆਦਾ ਸੀ, ਸਪਲਾਈ ਘੱਟ ਗਈ ਚੀਜ਼ਾਂ ਦੀ, ਤਾਂ ਕਰਕੇ ਚੀਜ਼ਾਂ ਦੇ ਰੇਟ ਜਿਹੜੇ ਸੀ ਉਹ ਬਹੁਤ ਜ਼ਿਆਦਾ ਵੱਧ ਗਏ। ਓਕੇ, ਸੋ ਇਸ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਅਸੈਂਸ਼ੀਅਲ ਕੋਮੋਡਿਟੀਜ਼ ਐਕਟ ਨੂੰ ਬਣਾਇਆ ਗਿਆ ਸੀ। ਸੋ ਇਹਦੇ ਬਾਰੇ ਦੇਖੋ, it has since been used by the government to regulate the production, supply and the distribution of whole host of commodities it declares essential in order to make them available to consumer at fair prices। ਕਹਿੰਦਾ ਬੇਸਿਕਲੀ ਇਸ ਐਕਟ ਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ ਰੈਗੂਲੇਟ ਕਰਦੀ ਹੈ ਪ੍ਰੋਡਕਸ਼ਨ, ਸਪਲਾਈ ਅਤੇ ਡਿਸਟਰੀਬਿਊਸ਼ਨ, ਉਹ ਸਾਰੀ ਕੋਮੋਡਿਟੀਜ਼ ਦੀ ਜਿਨ੍ਹਾਂ ਨੂੰ ਅਸੈਂਸ਼ੀਅਲ ਕੋਮੋਡਿਟੀਜ਼ ਬਣਾਇਆ ਗਿਆ ਤਾਂ ਕਿ ਉਹਨਾਂ ਦਾ ਜਿਹੜਾ ਪ੍ਰਾਈਜ਼ ਹੈ ਉਹ ਫੇਅਰ ਰਵੇ ਅਤੇ ਉਹ ਈਜ਼ੀਲੀ ਕੰਜ਼ਿਊਮਰਸ ਨੂੰ ਮਿਲ ਸਕਣ। ਓਕੇ, ਦ ਲਿਸਟ ਆਫ ਆਈਟਮਸ ਅੰਡਰ ਦਾ ਐਕਟ ਕਿਹੜੇ ਹੋ ਸਕਦੇ ਆ? ਜਿਵੇਂ ਡਰੱਗਸ ਹੋ ਗਏ, ਫਰਟੀਲਾਈਜ਼ਰਸ, ਪਲਸਿਸ, ਐਡੀਬਲ ਆਇਲਸ ਐਂਡ ਪੈਟਰੋਲੀਅਮ ਪ੍ਰੋਡਕਟਸ। ਇੱਥੇ ਦੁਬਾਰਾ ਲਿਖਿਆ ਹੋਇਆ ਐਂਡ ਪੈਟਰੋਲੀਅਮ ਪ੍ਰੋਡਕਟਸ। ਓਕੇ, ਅਤੇ ਜਿਹੜੀ ਇਹ ਲਿਸਟ ਹੈ ਇਹਦੇ ਵਿੱਚੋਂ ਜਿਹੜੀ ਗਵਰਨਮੈਂਟ ਹੈ ਉਹ ਚੀਜ਼ਾਂ ਐਡ ਵੀ ਕਰ ਸਕਦੀ ਹੈ ਅਤੇ ਨਿਕਾਲ ਵੀ ਸਕਦੀ ਹੈ। ਸੋ ਦ ਸੈਂਟਰ ਕੈਨ ਇਨਕਲੂਡ ਨਿਊ ਕੋਮੋਡਿਟੀਜ਼ ਐਂਡ ਵੈਨ ਦ ਨੀਡ ਅਰਾਈਜ਼ਿਜ਼ ਐਂਡ ਟੇਕ ਦੈਮ ਆਫ ਦ ਲਿਸਟਸ ਵਨਸ ਦਾ ਸਿਚੁਏਸ਼ਨ ਇੰਪਰੂਵਸ। ਜਿਵੇਂ ਹੁਣ ਗਵਰਨਮੈਂਟ ਨੇ ਇਹਦੇ ਵਿੱਚ ਹੈਂਡ ਸੈਨੀਟਾਈਜ਼ਰਸ ਅਤੇ ਫੇਸ ਮਾਸਕ ਨੂੰ ਇਨਕਲੂਡ ਕਰਤਾ। ਠੀਕ ਹੈ, ਕਿਉਂਕਿ ਨੀਡ ਹੈ ਬਹੁਤ ਸਾਰੇ। ਅਗਰ ਤੁਸੀਂ ਔਨਲਾਈਨ ਸਾਈਟਸ 'ਤੇ ਦੇਖੋਗੇ ਤਾਂ ਫੇਸ ਮਾਸਕ ਜੋ ਕਿ ਤੁਹਾਨੂੰ ਬਾਜ਼ਾਰ ਦੇ ਵਿੱਚ ਆਈ ਥਿੰਕ 30 to 40 ਰੁਪੀਜ਼ ਦਾ ਮਿਲ ਜੂਗਾ ਨਾ, ਉਹਦਾ ਰੇਟ ਤੁਸੀਂ ਔਨਲਾਈਨ ਚੈੱਕ ਕਰੋਗੇ 300 400 ਮੀਨਸ ਇੰਨਾ ਜ਼ਿਆਦਾ ਵਧਾਇਆ ਹੋਇਆ ਹੈ। ਠੀਕ ਹੈ, ਇੰਨਾ ਜ਼ਿਆਦਾ ਉਹਨਾਂ ਨੇ ਲੁੱਟ ਮਚਾਈ ਹੋਈ ਹੈ। ਸੈਨੀਟਾਈਜ਼ਰਸ ਵੀ ਕੋਈ ਜ਼ਿਆਦਾ ਮਹਿੰਗੇ ਨਹੀਂ ਹੁੰਦੇ, ਉਹ ਵੀ ਬਹੁਤ ਜ਼ਿਆਦਾ ਰੇਟ 'ਤੇ ਪ੍ਰੋਵਾਈਡ ਕਰ ਰਹੇ ਨੇ ਬਿਕੋਜ਼ ਉਹਨਾਂ ਨੂੰ ਪਤਾ ਹੈ ਕਿ ਡਿਮਾਂਡ ਰਾਈਜ਼ ਹੋਈ ਹੈ। ਠੀਕ ਹੈ, ਕਰੋਨਾ ਦੇ ਕਰਕੇ, ਅਤੇ ਉਹ ਕੀ ਕਰ ਰਹੇ ਨੇ, ਸਪਲਾਈ ਨੂੰ ਘਟਾ ਰਹੇ ਨੇ ਤਾਂ ਕਿ ਚੀਜ਼ਾਂ ਮਹਿੰਗੀਆਂ ਵਿਕਣ। ਓਕੇ,
So next के under the act government can also fix the maximum retail price of any package product that it declares essential commodity। ਇਹਦੇ ਵਿੱਚ ਜਿਹੜੀ ਗਵਰਨਮੈਂਟ ਹੈ ਉਹ MRP ਵੀ ਕਿਸੇ ਪ੍ਰੋਡਕਟ ਦੀ ਫਿਕਸ ਕਰ ਸਕਦੇ ਕਿ ਇਹ ਤੋਂ ਜ਼ਿਆਦਾ ਰੇਟ ਤੇ ਤੁਸੀਂ ਨਹੀਂ ਵੇਚ ਸਕਦੇ ਉਹ ਚੀਜ਼ ਨੂੰ। ਓਕੇ, ਇਹ ਬੇਸਿਕਲੀ ਕੰਮ ਕਿਵੇਂ ਕਰਦਾ? ਇਫ ਦ ਸੈਂਟਰ ਫਾਈਂਡਸ ਦੈਟ ਸਰਟਨ ਕਮੋਡਿਟੀ ਇਜ਼ ਇਨ ਸ਼ਾਰਟ ਸਪਲਾਈ ਐਂਡ ਇਟਸ ਪ੍ਰਾਈਸ ਇਜ਼ ਸਪਾਈਕਿੰਗ, ਇਟ ਕੈਨ ਨੋਟੀਫਾਈ ਸਟਾਕ ਹੋਲਡਿੰਗ ਲਿਮਿਟਸ ਔਨ ਇਟ ਫॉर ਅ ਸਪੈਸੀਫਿਕ ਪੀਰੀਅਡ, ਕਿ ਤੁਸੀਂ ਇੰਨਾ ਹੀ ਸਟਾਕ ਆਪਣੇ ਕੋਲ ਜਮ੍ਹਾਂ ਕਰਕੇ ਰੱਖ ਸਕਦੇ ਹੋ ਅਗਰ ਗਵਰਨਮੈਂਟ ਨੂੰ ਲੱਗਦਾ ਹੈ ਕਿ ਕੋਈ ਸਰਟਨ ਕਮੋਡਿਟੀ ਦੀ ਜਿਹੜੀ ਸਪਲਾਈ ਉਹ ਘੱਟ ਰਹੀ ਹੈ। The state act on this notification to specify limit and take step to ensure that these are adhered to। ਫਿਰ ਜਦੋਂ ਸੈਂਟਰ ਗਵਰਨਮੈਂਟ ਗਾਈਡਲਾਈਨਸ ਜਾਰੀ ਕਰ ਦਿੰਦੀ ਉਹ ਤੋਂ ਬਾਅਦ ਸਟੇਟ ਗਵਰਨਮੈਂਟ ਉਹ 'ਤੇ ਵਰਕ ਕਰਦੀ ਹੈ ਅਤੇ ਉਹ ਆਪਣੇ ਹਿਸਾਬ ਨਾਲ ਜਿਹੜੇ ਵੀ ਸਟੈਪਸ ਹੁੰਦੇ ਆ ਉਹ ਲੈਂਦੇ ਆ। ਓਕੇ, ਉਹ ਤੋਂ ਬਾਅਦ ਐਨੀਬਡੀ ਟ੍ਰੇਡਿੰਗ ਔਰ ਡੀਲਿੰਗ ਇਨ ਏ ਕਮੋਡਿਟੀ ਬੀਟ ਹੋਲਸੇਲਰਸ, ਰਿਟੇਲਰਸ ਔਰ ਈਵਨ ਇੰਪੋਰਟਰਸ ਆਰ ਪ੍ਰੀਵੈਂਟਿਡ ਫਰੋਮ ਸਟਾਕ ਪਾਈਲਿੰਗ ਇਟ ਬਿਯੋਂਡ ਅ ਸਰਟਨ ਲਿਮਿਟ ਜਾਂ ਕੁਆਂਟਿਟੀ। ਠੀਕ ਹੈ, ਕਿ ਕੋਈ ਵੀ ਬੰਦਾ ਜਿਹੜਾ ਇਹਦੇ ਵਿੱਚ ਟ੍ਰੇਡ ਕਰ ਰਿਹਾ ਉਹ ਕਿਸੇ ਪਰਟੀਕੂਲਰ ਕਮੋਡਿਟੀ ਜਿਹਨੂੰ ਅਸੈਂਸ਼ੀਅਲ ਕਮੋਡਿਟੀ ਬਣਾਇਆ ਗਿਆ, ਚਾਹੇ ਉਹ ਹੋਲਸੇਲਰ ਹੈ, ਚਾਹੇ ਉਹ ਰਿਟੇਲਰ ਹੈ, ਚਾਹੇ ਉਹ ਇੰਪੋਰਟਰ ਹੈ, ਉਹਨੂੰ ਇੱਕ ਪਰਟੀਕੂਲਰ ਲਿਮਿਟ ਦੇ ਦਿੱਤੀ ਜਾਂਦੀ ਹੈ ਕਿ ਇਸ ਤੋਂ ਬਾਅਦ ਤੁਸੀਂ ਜਮ੍ਹਾਖੋਰੀ ਨਹੀਂ ਕਰ ਸਕਦੇ। ਨੈਕਸਟ ਹੈ, ਅ ਸਟੇਟ ਕੈਨ ਹਾਊਐਵਰ ਚੂਜ਼ ਨਾਟ ਟੂ ਇੰਪੋਜ਼ ਐਨੀ ਰਿਸਟ੍ਰਿਕਸ਼ਨਸ ਬਟ ਵੰਸ ਇਟ ਡਜ਼ ਟ੍ਰੇਡਰਸ ਹੈਵ ਟੂ ਇਮੀਡੀਏਟਲੀ ਸੈਲ ਇਨ ਟੂ ਦ ਮਾਰਕੀਟ ਐਨੀ ਸਟਾਕਸ ਹੈਲਡ ਬਿਯੋਂਡ ਦ ਮੈਂਡੇਟਡ ਕੁਆਂਟਿਟੀ। ਕਹਿੰਦਾ ਜਿਹੜੀ ਸਟੇਟ ਹੈ ਹੁਣ ਉਹ ਰਿਸਟ੍ਰਿਕਸ਼ਨਸ ਲਗਾ ਵੀ ਸਕਦੀ ਹੈ, ਨਹੀਂ ਵੀ ਲਗਾ ਸਕਦੀ, ਜ਼ਰੂਰੀ ਨਹੀਂ ਹੁੰਦਾ ਕਿ ਸਟੇਟ ਮੰਨੇ ਸੈਂਟਰ ਗਵਰਨਮੈਂਟ ਦੀ ਗੱਲ। ਓਕੇ, ਬਟ ਅਗਰ ਉਹਨੇ ਸਟੇਟ ਨੇ ਮੰਨ ਲਈ ਅਤੇ ਸਟੇਟ ਨੇ ਲਿਮਿਟ ਫਿਕਸ ਕਰਤੀ ਤਾਂ ਜਿੰਨਾ ਵੀ ਉਹਨਾਂ ਕੋਲ ਐਕਸਟਰਾ ਮਾਲ ਪਿਆ, ਜਿੰਨੇ ਉਹਨਾਂ ਨੇ ਲਿਮਿਟ ਦਿੱਤੀ ਉਸ ਤੋਂ ਐਕਸਟਰਾ ਜਿੰਨਾ ਵੀ ਮਾਲ ਪਿਆ ਉਹਨੂੰ ਇਮੀਡੀਏਟਲੀ ਉਹਨਾਂ ਨੂੰ ਮਾਰਕੀਟ ਦੇ ਵਿੱਚ ਸਪਲਾਈ ਕਰਨਾ ਪੈਂਦਾ, ਉਹ ਜਮ੍ਹਾਂ ਨਹੀਂ ਰੱਖ ਸਕਦੇ। ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਪੁਨਿਸ਼ਮੈਂਟ ਦਿੱਤੀ ਜਾਂਦੀ ਹੈ, ਫਿਰ ਫਾਈਨ ਵਗੈਰਾ ਲੱਗਦਾ। ਓਕੇ, ਸੋ ਆਈ ਹੋਪ ਤੁਹਾਨੂੰ ਸਾਰਾ ਸਮਝ ਆ ਗਿਆ ਹੋਊਗਾ ਅਸੈਂਸ਼ੀਅਲ ਕਮੋਡਿਟੀਜ਼ ਐਕਟ ਦੇ ਬਾਰੇ, ਜੋ ਵੀ ਆਪਾਂ ਇੰਪੋਰਟੈਂਟ ਪੁਆਇੰਟਸ ਡਿਸਕਸ ਕੀਤੇ। ਨੈਕਸਟ ਕੁਐਸਚਨ ਹੈ, ਰੀਸੈਂਟਲੀ ਵਿਚ ਫਾਰਮਰ ਚੀਫ ਜਸਟਿਸ ਆਫ ਇੰਡੀਆ ਹੈਜ਼ ਬੀਨ ਨੋਮੀਨੇਟਡ ਟੂ ਰਾਜ ਸਭਾ। ਇਹਨਾਂ ਵਿੱਚੋਂ ਐਸੇ ਕਿਹੜੇ ਫਾਰਮਰ ਚੀਫ ਜਸਟਿਸ ਹੈ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਰਾਜ ਸਭਾ ਦੇ ਵਿੱਚ? ਦੀਪਕ ਮਿਸ਼ਰਾ, TS ਠਾਕੁਰ, ਰੰਜਨ ਗੋਗੋਈ, ਜਗਦੀਸ਼ ਸਿੰਘ ਖੇਹਰ। ਇਹਦਾ ਆਨਸਰ ਕੀ ਆਊਗਾ? C, ਦੈਟ ਇਜ਼ ਰੰਜਨ ਗੋਗੋਈ। ਅਤੇ ਰੰਜਨ ਗੋਗੋਈ ਬਾਰੇ ਯਾਦ ਰੱਖਿਓ ਆਪਣੇ 46th ਚੀਫ ਜਸਟਿਸ ਆਫ ਇੰਡੀਆ ਸੀ। ਓਕੇ, ਦੈਨ ਨੈਕਸਟ ਹੈ, ਵਿਚ ਯੂਰਪੀਅਨ ਕੰਟਰੀ ਰੀਸੈਂਟਲੀ ਇੰਪੋਜ਼ਡ record 1.1 billion euro fine on tech firm Apple for its anti-competitive behavior। ਇਹਦਾ ਆਨਸਰ ਕੀ ਆਊਗਾ? B, that is France। Okay, then last question ਹੈ, ਕੋਵਾ ਪੰਜਾਬ mobile app launched by Punjab government is aimed to spread awareness on which disease। ਸੋ ਇਹ ਵਾਲਾ ਕੁਐਸਚਨ ਵੀ ਐਸਾ ਕੁਐਸਚਨ ਹੈ ਜਿਹਦੇ ਵਿੱਚ ਤੁਸੀਂ ਗੈਸ ਵਰਕ ਵੀ ਕਰਕੇ ਆ ਸਕਦੇ ਹੋ ਅਗਰ ਤੁਸੀਂ ਇਹਦੇ ਬਾਰੇ ਕਦੇ ਨਹੀਂ ਵੀ ਪੜ੍ਹਿਆ। ਓਕੇ, ਕਿ ਪੰਜਾਬ ਦੇ ਵਿੱਚ ਜਿਹੜੀ ਕਿ ਇੱਕ ਮੋਬਾਈਲ ਐਪ ਲਾਂਚ ਕੀਤੀ ਗਈ ਹੈ ਕੋਵਾ ਪੰਜਾਬ ਗੌਰਮੈਂਟ ਦੇ ਦੁਆਰਾ, ਉਹਦੇ ਵਿੱਚ ਕਿਹੜੇ ਡਿਜ਼ੀਜ਼ ਦੇ ਉੱਪਰ ਅਵੇਅਰਨੈਸ ਸਪਰੈਡ ਕਰਨ ਦੀ ਗੱਲ ਕੀਤੀ ਗਈ ਹੈ? ਇਹਦਾ ਆਨਸਰ ਆਊਗਾ C, ਦੈਟ ਇਜ਼ ਕਰੋਨਾ ਵਾਇਰਸ। ਅਤੇ ਇਹਦੇ ਵਿੱਚ ਤੁਸੀਂ ਇੱਕ ਗੱਲ ਯਾਦ ਰੱਖਿਓ, ਜਿਹੜਾ ਕੋਵ ਹੈ, ਕੋਵਾ ਦਾ ਮਤਲਬ ਕੀ ਹੈ? ਕਰੋਨਾ ਵਾਇਰਸ ਅਲਰਟ। ਓਕੇ, ਸੋ ਅੱਜ ਇਸ ਵੀਡੀਓ ਦੇ ਵਿੱਚ ਵੀ ਆਪਾਂ 10 ਕੁਐਸਚਨਸ ਡਿਸਕਸ ਕੀਤੇ। ਆਈ ਹੋਪ ਅੱਜ ਦੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਊਗੀ ਅਤੇ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਊਗਾ ਜੋ ਵੀ ਆਪਾਂ ਚੀਜ਼ਾਂ ਡਿਸਕਸ ਕੀਤੀਆਂ। ਸੋ ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ। ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ ਐਂਡ ਹੈਵ ਅ ਨਾਈਸ ਡੇ।